ਸਤਿਗੁਰ ਧੰਨ ਧੰਨ, ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗੜ ਭਰਮ ਗੜ ਸੋ ਸਤਿਗੁਰ ਵਾਹੋ ਵਾਹੋ, ਜਿਨ ਹਰਿ ਸਿਉ ਜੋੜਿਆ ਸੋ ਸਤਿਗੁਰ ਵਾਹੋ ਵਾਹੋ, ਜਿਨ ਹਰਿ ਸਿਉ ਜੋੜਿਆ। ਨਾਮ ਨਿਦਾਨ ਅਖੁੱਟ ਗੁਰ ਦੇ ਦਾਰੂ, ਮਹਾਰੋਗ ਬਿਕਰਾਲ ਤਨੇ ਬਿਦਾਰੂ, ਪਾਇਆ ਨਾਮ ਨਿਦਾਨ ਬਹੁਤ ਖਜ਼ਾਨਿਆ, ਜਿੱਤਾ ਜਨਮ ਅਪਾਰ ਆਪ ਪਛਾਨਿਆ, ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ, ਅੰਪਰ ਪਰ ਅਲਖ ਅਪੇਵ, ਸੋ ਸਤਿਗੁਰ ਧੰਨ 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 ਧੰਨ, ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗੜ ਭਰਮ ਗੜ ਸੋ ਸਤਿਗੁਰ ਵਾਹੋ ਵਾਹੋ, ਜਿਨ ਸੋ ਸਤਿਗੁਰ ਵਾਹੋ ਵਾਹੋ, ਜਿਨ ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਿਨਾਮ। ਕੋਈ ਚੰਗੇ ਕਰਮ ਉੱਤੇ ਆਉਣ ਤੇ ਪੈਰ ਸਤਸੰਗ ਵੱਲ ਜਾਂਦੇ ਨੇ, ਹੋਰ ਚੰਗੇ ਕਰਮ ਉੱਤੇ ਆਉਣ ਤੇ ਸਤਸੰਗ ਵਿੱਚ ਬੈਠਣਾ ਹੁੰਦਾ, ਨਹੀਂ ਤੇ ਬੰਦਾ ਬਾਹਰ ਹੀ ਖੜਾ ਰਹਿੰਦਾ। ਹੋਰ ਚੰਗੇ ਕਰਮ ਉੱਤੇ ਆਉਣ ਤੇ ਸਤਸੰਗ ਵਿੱਚ ਆ ਕੇ ਜਗਿਆਸੂ ਰਸ ਮਾਣਦਾ। ਇਹ ਮਹਾਂਪੁਰਸ਼ਾਂ ਦੇ ਬਚਨ ਮੈਂ ਪੜ੍ਹੇ ਸੀ। ਸਤ ਸੰਗਤ ਵਿੱਚ ਕੱਚੀ ਵਾਲਾ ਉਪਦੇਸ਼ ਲੈਂਦਾ, ਡਬਲ ਐਮਏ ਤੇ ਪਹੁੰਚਿਆ ਹੋਇਆ ਰਸ ਲੈਂਦਾ। ਸਤਸੰਗ ਇਹੋ ਜਿਹੀ ਦਾਤ ਕਿ ਸਾਰਿਆਂ ਨੂੰ ਖੁਰਾਕ ਦਿੰਦੀ, ਕੱਚੀ ਵਾਲੇ ਨੂੰ ਵੀ ਐਮਏ ਵਾਲੇ ਨੂੰ। ਉਹ ਭਾਗਾਂ ਨਾਲ ਘੜੀਆਂ ਗਰੀਬ ਨਵਾਜ ਨਿਰਵਿਘਨਤਾ ਸਹਿਤ ਸੇਵਾ ਲੈਣ, ਆਪਣੀ ਰਹਿਮਤ ਕਰਨ। ਕੋਈ ਉਹਦੇ ਅੱਗੇ ਜ਼ੋਰ ਨਹੀਂ। ਅਜੇ ਸੋ 9 ਸਮੁੰਦਰ ਨੇ, ਸਾਰਾ ਕਾਰਜ ਨਿਰਵਿਘਨਤਾ ਸਹਿਤ ਅੱਜ ਦਾ ਸੰਪੂਰਨ ਕਰਾਉਣ।
ਇਹ ਅੱਜ 18ਵਾਂ ਭਾਗ ਹੈ। ਸਿੱਖਾਂ ਦੇ ਸਵਾਲ, ਸਤਿਗੁਰੂ ਜੀ ਦੇ ਜਵਾਬ। 4 ਸਿੱਖ ਆਏ ਨੇ, ਕਿਤੇ ਚਰਨਾਂ ਚ ਆਏ ਨੇ। ਮੈਂ ਕਹਿੰਦਾ ਜਿਨ੍ਹਾਂ ਵਰਗਾ ਕੋਈ ਹੈ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਜੋ ਦੇ ਗਏ ਨਾ ਦੁਨੀਆ ਨੂੰ, ਦੱਸਿਆ ਨਹੀਂ ਜਾ ਸਕਦਾ। ਗੱਜ ਕੇ ਆਖੋ ਸਤਿ। ਜੋ ਕੁਝ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਨਾਲ ਕਮਾਈਆਂ ਦੇਣੀਆਂ ਪਈਆਂ। ਸੁਖਮਨੀ ਸਾਹਿਬ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ, ਮਨ ਜੋੜ ਕੇ ਪੜ ਲੋ ਤੇ ਪਾਰਾਵਾਰ ਹੀ ਕੋਈ ਨਹੀਂ। ਮਨ ਨਾ ਵੀ ਜੁੜੇ ਸੁਖਮਨੀ ਸਾਹਿਬ, ਝੋਲੀਆਂ ਤਾਂ ਵੀ ਭਰ ਜਾਂਦੀ। ਨਿਹਾਲ ਪਤਾ ਨਹੀਂ ਕਿੰਨੀ ਕਮਾਈ ਭਰੀ। ਮੇਰਾ ਸਿੱਖ ਟੂਣਿਆਂ ਤੋਂ ਬਚ ਜੇ, ਜੰਤਰਾਂ ਮੰਤਰਾਂ ਤੋਂ ਬਚ ਜੇ। ਇਹਨੂੰ ਇਹੋ ਜੀ ਦਾਤ ਸੁਖਮਨੀ ਸਾਹਿਬ ਝੋਲੀ ਚ ਪਾ ਦਿਆਂ, ਮੇਰੇ ਸਿੱਖ ਦੇ ਘਰ ਇਹ ਦਾਤ ਹੋਏਗੀ। ਕਿਸੇ ਮਾੜੀ ਚੀਜ਼ ਦਾ ਉਸ ਘਰ ਦੇ ਨੇੜੇ ਵਾਸਾ ਵੀ ਨਹੀਂ ਰਹੇ। ਉਹ ਦਾਤ ਤੁਹਾਨੂੰ ਦੇ ਦਿੱਤੀ, ਉਹ ਬਖਸ਼ੀਸ਼। ਕਿਧਰੇ ਕਿਧਰੇ ਜਿਨ੍ਹਾਂ ਦੀਆਂ ਸੋਚਾਂ ਨੇ ਰਸ ਮਾਣਿਆ, ਉਹਨਾਂ ਦੇ ਫਿਰ ਮੁਖ ਚੋਂ ਨਿਕਲਿਆ ਸੰਤ ਅਤਰ ਸਿੰਘ ਜੀ ਵਰਗਿਆਂ ਦੇ। ਕਹਿੰਦੇ ਉਹ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਜਿਸ ਘਰ ਵਿੱਚ ਇੱਕ ਪਾੜ ਸੁਖਮਨੀ ਸਾਹਿਬ ਹਾਜ਼ਰੀ ਲੱਗ ਜਾਏਗੀ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਦੇਣ ਵਾਲਾ ਕੌਣ? ਗੁਰੂ ਅਰਜਨ ਦੇਵ। ਗੋਡਿਆਂ ਦੇ ਦਰਦ ਜੋੜਾਂ ਦੇ ਗੁਰਦੁਆਰਾ ਮੱਲੜੀ ਸਾਹਿਬ ਦਾਤ ਦਿੱਤੀ ਕਿੰਨੇ? ਗੁਰੂ ਅਰਜਨ ਦੇਵ। ਤਰਨ ਤਾਰਨ ਚਮੜੀ ਦੇ ਰੋਗ ਸ਼ਰਧਾ ਨਾਲ ਦਾਤ ਕਿੰਨੇ ਦਿੱਤੀ? ਗੁਰੂ ਅਰਜਨ ਦੇਵ। ਅੱਜ ਸਾਰੀ ਦੁਨੀਆ ਜਿੱਥੇ ਸਿਰ ਝੁਕਾ ਕੇ ਬੈਠਦੀ ਏ, ਗੁਰੂ ਗ੍ਰੰਥ ਸਾਹਿਬ ਸਾਰੀ ਬਾਣੀ ਇਕੱਤਰ ਕਰਕੇ ਦਾਤ ਦਿੱਤੀ ਕਿੰਨੇ? ਧੰਨ ਗੁਰੂ ਅਰਜਨ ਦੇਵ। ਉਹਨਾਂ ਨੂੰ ਛੋਟਾ ਨਾ ਜਾਣਿਓ, ਗੱਲ ਹੀ ਭਾਵਨਾ ਦੀ, ਬਸ ਗੱਲ ਹੀ ਸ਼ਰਧਾ ਦੀ। ਅੱਜ ਉਸ ਗੁਰੂ ਅਰਜਨ ਦੇਵ ਜੀ ਕੋਲ 4 ਸਿੱਖ ਆਏ ਨੇ। ਉਹਨਾਂ ਦੇ ਨਾਂ ਸੁਣ ਲਓ। ਤੋਤਾ ਅਰ ਮਧੂ ਹਿਤ ਧਾਰੇ, ਇਸ ਸਿੱਖ ਦਾ ਨਾਂ ਹੈ ਤੋਤਾ, ਦੂਜੇ ਦਾ ਨਾਂ ਮਧੂ। ਹਿਤ ਪ੍ਰੇਮ ਨਾਲ ਆਏ ਧਾਰ ਕੇ। ਤੋਤਾ ਅਰ ਮਧੂ ਹਿਤ ਧਾਰੇ, ਗੋਖੂ ਟੋਡਾ ਮਹਿਤਾ ਚਾਰੇ। ਤੀਜੇ ਦਾ ਨਾਂ ਗੋਖੂ, ਚੌਥੇ ਦਾ ਟੋਡੂ ਮਹਿਤਾ। ਮਿਲ ਕਰ ਸ਼੍ਰੀ ਅਰਜਨ ਢਿੱਗ ਆਏ। ਚਾਰੇ ਮਿਲ ਕੇ ਆਏ ਨੇ ਗੁਰੂ ਅਰਜਨ ਦੇਵ ਜੀ ਕੋਲ। ਮਿਲ ਕਰ ਸ਼੍ਰੀ ਅਰਜਨ ਢਿੱਗ ਆਏ। ਪਦ ਅਰ ਬੰਧਨ ਸੀਸ ਲਗਾਏ। ਹੁਣ ਇੱਥੇ ਨਹੀਂ ਕਿਹਾ ਵੀ ਸੀਸ ਝੁਕਾਏ, ਪਦ ਅਰ ਬੰਧਨ ਪੈਰਾਂ ਨੂੰ। ਕਿੰਨਾ ਪਿਆਰ ਹੋਏਗਾ ਸਿੱਖਾਂ ਦਾ ਪਿਤਾ ਜੀ ਨਾਲ।
ਕਹਿੰਦੇ ਇਹੋ ਜਿਹੇ ਢੰਗ ਨਾਲ ਮੱਥਾ ਟੇਕਿਆ ਕਿ ਆਪਣਾ ਸਿਰ ਜਿਹੜਾ ਗੁਰੂ ਅਰਜਨ ਦੇਵ ਦੇ ਪੈਰਾਂ ਨੂੰ ਲਗਾਇਆ ਹੈ। ਝੁਕਾਏ ਤੇ ਲਗਾਏ ਦਾ ਬੜਾ ਫਰਕ ਹੈ। ਸਾਨੂੰ ਮਹਾਂਪੁਰਸ਼ਾਂ ਇਹੀ ਸਿਖਾਇਆ, ਦਰਬਾਰ ਸਾਹਿਬ ਜਾ, ਹਜੂਰ ਸਾਹਿਬ ਜਾ, ਪਟਨਾ ਸਾਹਿਬ ਜਾ, ਆਲਮਗੀਰ ਜਾ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਤੇ ਇਹੋ ਜਿਹੀ ਭਾਵਨਾ ਨਾਲ ਟੇਕ, ਤੇਰੇ ਮੱਥੇ ਨੂੰ ਕਲਗੀਆਂ ਵਾਲੇ ਦੇ ਚਰਨ ਲੱਗੇ ਨੇ। ਉਹਨੂੰ ਕਹਿੰਦੇ ਲਗਾਏ। ਇਹ ਤੁਹਾਡਾ ਇੱਕ ਇਤਿਹਾਸਕ ਗ੍ਰੰਥ ਗੁਰਪ੍ਰਤਾਪ ਸੂਰਜ ਪ੍ਰਕਾਸ਼ ਕਹਿ ਰਿਹਾ ਹੈ। ਉਹਨਾਂ ਦੇ ਮੱਥਾ ਟੇਕਣ ਦਾ ਢੰਗ ਵੀ ਦੱਸਿਆ ਕਵੀ ਭਾਈ ਸੰਤੋਖ ਸਿੰਘ। ਮਿਲ ਕਰ ਸ਼੍ਰੀ ਅਰਜਨ ਟਿਕ ਆਏ, ਗੁਰੂ ਅਰਜਨ ਦੇਵ ਕੋ ਆਏ। ਪਦ ਅਰਬੰਦਨ ਸੀਸ ਲਗਾਏ, ਪੈਰਾਂ ਨੂੰ ਸੀਸ ਲਗਾਇਆ। ਪਦ ਅਰਬੰਦਨ ਸੀਸ ਲਗਾਏ, ਚਾਰੇ ਹੀ ਬਹਿ ਗਏ। ਮਹਾਰਾਜ ਕਹਿੰਦੇ ਭਾਈ ਹੁਣ ਅਗਲੇ ਦੀ ਵਾਰੀ ਆਵੇ। ਕਹਿੰਦੇ ਮਹਾਰਾਜ ਜੀ ਸਵਾਲ ਹੈ, ਸਾਡੇ ਮਨ ਦਾ ਪ੍ਰਸ਼ਨ ਹੈ। ਆਪ ਜੀ ਮਹਾਰਾਜ ਕਿਰਪਾ ਕਰੋ, ਤੁਹਾਡੇ ਤੋਂ ਇਲਾਵਾ ਕੋਈ ਨਹੀਂ ਹੱਲ ਕਰ ਸਕਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਸ਼ਨ ਦੱਸੋ ਭਾਈ। गुरु गरीब निवाज हमारा, गुरु गरीब निवाज हमारा, जन्म मरण ते करो उधारा। गुरु अर्जन देव जी नूं चारे सिख कहंदे ने, साडे गुरु सतगुरु गरीब निवाज जी आ साडे चों किसे दी उम्र 40 हो गई, किसे दी 50 हो गई, किसे दी 55 हो गई, किसे दी 60 हो गई। महाराज अज रस्ता दे दिओ, ये जन्म मरण कटिया जावे, इसे जामे च उधार हो जावे। आ साडा प्रश्न है। गुरु गरीब निवाज हमारा, जन्म मरण ते करो उधारा। हुण पिता जी जवाब देन लगे जी। सुन बोले श्री अर्जन ज्ञानी, सुन बोले श्री अर्जन ज्ञानी। सुन लियो जी, जन्म मरण कट्टण दा राह। जेड़े कहंदे बहुते पाठ नहीं करने चाहिए, जेड़े कहंदे बहुती बाणी पढ़न दी की लोड़, गुरु राह दे रहा जे, इतिहासक ग्रंथ है। सुन बोले श्री अर्जन ज्ञानी, सुन बोले श्री अर्जन ज्ञानी। पढ़ो सुनो तुम मिल गुरबाणी, पढ़ो सुनो तुम मिल गुरबानी। ओ सुन बोले श्री अर्जन ज्ञानी, पढ़ो सुनो तुम मिल गुरबानी। गुरु अर्जन देव जी कहते भाई गुरबाणी पढ़िया करो, गुरबाणी सुनिया करो, तुहाडा जन्म मरण कटिया जाए। गज के कह दो सतनाम। इन्हां ने दूजा प्रश्न किया, कहते महाराज बाणी पढ़न नाल सुनन नाल की फल मिलेगा, की चीज झोली च पएगी। ये दूजा प्रश्न आ गया जी। पहले प्रश्न सुन लो। केतक पुन दोहन को होए,
ਕਿਹੜਾ ਪੁੰਨ ਝੋਲੀ 'ਚ ਪੈਂਦਾ ਦੋਵਾਂ ਦੇ ਨਾਲ, ਬਾਣੀ ਪੜਨ ਨਾਲ ਤੇ ਸੁਣਨ ਨਾਲ। ਕੇਤਕ ਪੁੰਨ ਦੋਹਨ ਕੋ ਹੋਏ, ਅਦਿਕ ਦੇਤ ਫਲ ਕਈਏ ਸੋਏ। ਇਹ ਤੁਸੀਂ ਕਹਿੰਦੇ ਹੋ ਬਾਣੀ ਪੜੋ ਸੁਣੋ, ਵੀ ਇਹਦੇ ਨਾਲ ਕੀ ਮਹੱਤਮ ਹੈ, ਕੀ ਫਲ ਹੈ? ਹੁਣ ਦੂਜਾ ਸਵਾਲ ਜਿਹੜਾ, ਉਹਦਾ ਜਵਾਬ ਗੁਰੂ ਅਰਜਨ ਦੇਵ ਦੇਣ ਲੱਗੇ। ਕਹਿਓ ਗੁਰੂ ਇਨ ਕੋ ਫਲ ਜਾਨੋ। ਜਿਹੜਾ ਤੁਹਾਨੂੰ ਰੋਕਦਾ ਨਾ ਬਹੁਤੇ ਪਾਠ ਕੀ ਲੋੜ, ਅੱਜ ਪੱਕੇ ਹੋ ਜੇ। ਕਹਿਓ ਗੁਰੂ ਇਨ ਕੋ ਫਲ ਜਾਨੋ, ਸੁਣ ਕੀਜੇ ਸ਼ਰਧਾ ਔਰ ਠਾਨੋ। ਸਾਡੀ ਗੱਲ ਸ਼ਰਧਾ ਨਾਲ ਸੁਣਿਓ। ਬਾਣੀ ਨੂੰ ਪੜਨ ਦਾ, ਪਾਠ ਕਰਨ ਦਾ ਤੇ ਸੁਣਨ ਦਾ ਕੀ ਮਹੱਤਵ ਹੈ? ਕਹਿਓ ਗੁਰੂ ਇਨ ਕੋ ਫਲ ਜਾਨੋ, ਸੁਣ ਕੀਜੇ ਸ਼ਰਧਾ ਔਰ ਠਾਨੋ। ਹੁਣ ਅਗਲੀ ਲਾਈਨ ਸੁਣ ਕੇ ਨਾ ਜੀ, ਸੂਰਜ ਪ੍ਰਕਾਸ਼ ਦੀ ਪੰਕਤੀ ਮੇਰੇ ਖਿਆਲ ਨਾਲ ਟੁੱਟੇ ਵੀ ਜੁੜ ਜਾਣਗੇ। ਮਹਾਰਾਜ ਬਾਣੀ ਪੜਨ ਦਾ ਮਹੱਤਵ ਸੁਣਨ ਦਾ। ਕਹਿਓ ਗੁਰੂ ਇਨ ਕੋ ਫਲ ਜਾਨੋ, ਸੁਨ ਕੀਜੇ ਸ਼ਰਧਾ ਔਰ ਠਾਨੋ। ਸੁਣਿਓ ਜੀ ਹੁਣ, ਜੋ ਗੁਰਬਾਣੀ ਪਾਠ ਕਰੰਤਾ, 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 ਮਹਾਪਾਪ ਕੋ ਹੋਵਤ ਹੰਤਾ, ਮਹਾਪਾਪ ਕੋ ਹੋਵਤ ਹੰਤਾ, ਮਹਾਪਾਪ ਕੋ ਹੋਵਤ ਹੰਤਾ। ਗੁਰੂ ਅਰਜਨ ਦੇਵ ਕਹਿੰਦੇ ਮਹੱਤਮ ਪੁੱਛਦੇ ਹੋ, ਜਿਹੜਾ ਗੁਰਬਾਣੀ ਦਾ ਪਾਠ ਕਰਦਾ ਹੈ, ਪੜਦਾ ਹੈ, ਵੱਡੇ ਵੱਡੇ ਪਾਪ ਉਹਦੇ ਪਿਛਲੇ ਜਨਮਾਂ ਦੇ, ਇਸ ਜਨਮਾਂ ਦੇ ਉਹਦੀ ਸਜ਼ਾ ਨਹੀਂ ਮਿਲਦੀ। ਗੁਰੂ ਨਾਨਕ ਦਾ ਘਰ ਉਹਦੇ ਪਾਪ ਧੋ ਦਿੰਦਾ ਹੈ। ਦੇਖ ਲਓ, ਓ ਨਿਹਾਲ। ਆ ਨਾਲ ਜਰਾ ਕਿਰਪਾ ਕਰਿਓ। ਊਲੇ ਮਾਰਗ ਜਿਨੇ ਬਤਾਇਆ, 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 ਜਿਨੇ ਬਤਾਇਆ, ਊਲੇ ਮਾਰਗ। ਸਾਰੀਆਂ ਭੈਣਾਂ ਬੋਲੋ ਊਲੇ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਊਲੇ ਮਾਰਗ ਜਿਨੇ ਬਤਾਇਆ, ਊਲੇ ਮਾਰਗ ਜਿਨੇ ਬਤਾਇਆ। ਸੰਗਤ ਜੀ, ਆਉਣ ਵਾਲਾ ਸਮਾਂ ਤੇ ਪਤਾ ਨਹੀਂ ਕਿਹੋ ਜਿਹਾ, ਪਰ ਇਸ ਵੇਲੇ ਵੀ ਇੰਜ ਲੱਗਦਾ ਕਲਯੁਗ ਜਵਾਨੀ ਤੇ ਹੈ ਪੂਰਾ। ਘੋਰ ਕਹਿ ਲੋ, ਘੋਰ। ਇਹੋ ਜੇ ਘੋਰ ਕਲਯੁਗ ਵਿੱਚ ਤੁਸੀਂ ਗੁਟਕਾ ਸਾਹਿਬ ਲੈ ਕੇ ਪਾਠ ਕਰੋਗੇ, 2-3 ਘੰਟੇ ਨੇਮ ਕਰੋਗੇ, ਅਨੇਕਾਂ ਸਰੀਰ ਇਹੋ ਜਿਹੇ ਵੀ ਧਰਤੀ ਤੇ ਜੇ ਤੁਹਾਡੀ ਚੰਗੀ ਭਲੀ ਸ਼ਰਧਾ ਨੂੰ ਤੋੜ ਨਾ ਦੇਣ। ਇਹ ਪਿਤਾ ਜੀ ਦੇ ਬਚਨ ਨੇ ਇਤਿਹਾਸਕ। ਜੋ ਗੁਰਬਾਣੀ ਪਾਠ ਕਰੰਤਾ, ਮਹਾਪਾਪ ਕੋ ਹੋਵਤ ਹੰਤਾ। ਕਿੱਥੋਂ ਸੜਕ ਲਾਂਗੇ? ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਸੂਰਜ ਪ੍ਰਕਾਸ਼ ਚ ਨੇ।
ਉਹ ਤੇ ਵੱਡੇ ਵੱਡੇ ਪਾਪ ਜਿਹੜੇ ਉਹ ਨਾਸ ਹੋ ਜਾਂਦੇ। ਦਾਸ ਨੂੰ ਤੇ ਇਹੋ ਜਿਹੇ ਸਮੇਂ ਫਿਰ ਭਾਈ ਵੀਰ ਸਿੰਘ ਜੀ ਦਾ ਬਚਨ ਯਾਦ ਆ ਜਾਂਦਾ। ਉਹ ਬਚਨ ਸਾਡੀ ਬੈਟਰੀ ਚਾਰਜ ਕਰਦਾ। ਕੀ ਬੈਟਰੀ ਚਾਰਜ ਕਰਦਾ? ਇਹ ਭਾਈ ਵੀਰ ਸਿੰਘ ਜੀ ਦਾ ਕਿਤਾਬਾਂ 'ਚ ਬਚਨ ਹੈ। ਕਹਿੰਦੇ ਜਿਹੜੀ ਬਾਣੀ ਹੈ ਨਾ, ਜਿਹੜੀ ਬਾਣੀ ਹੈ ਇਹ ਸਤਿਗੁਰ ਜੀ ਦੇ ਮੁਖ ਚੋਂ ਉਚਾਰਨ ਹੋਣ ਕਰਕੇ, ਇਹ ਮੁਖ ਚੋਂ ਆਈ ਸਤਿਗੁਰਾਂ ਦੇ। ਤੇ ਭਾਈ ਵੀਰ ਸਿੰਘ ਲਿਖਦੇ ਇਹ ਜਿਹੜੀ ਬਾਣੀ ਸਤਿਗੁਰੂ ਜੀ ਦੇ ਮੁਖ ਚੋਂ ਉਚਾਰਨ ਹੋ ਕੇ ਆਈ ਹੈ ਨਾ, ਤੇ ਬਾਣੀ ਮੁਖ ਚੋਂ ਉਚਾਰਨ ਹੋਣ ਕਰਕੇ ਜਦੋਂ ਵੀ ਕੋਈ ਬਾਣੀ ਪੜ੍ਹਦਾ ਉਚਾਰਨ ਕਰਨ ਵਾਲੇ ਦੇ ਚਰਨਾਂ ਵਿੱਚ ਉਹਦੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਟੁੱਟਿਓ ਨਾ। ਇੱਕ ਕਿਤਾਬ ਹੈ ਸੇਕ ਨੇਹਿਆ, ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ। ਉਹਨਾਂ ਦਾ ਵੀ ਇੱਕ ਬਚਨ ਬਹੁਤ ਮੈਨੂੰ ਇਸ ਦੇ ਨਾਲ ਢੁਕਦਾ। ਉਹ ਬਚਨ ਵੀ ਬੈਟਰੀ ਚਾਰਜ ਕਰ ਦਿੰਦਾ। ਉਹਨਾਂ ਨੇ ਆਪਣੀ ਕਿਤਾਬਾਂ 'ਚ ਲਿਖਿਆ ਬਾਣੀ ਗੁਰੂ ਰੂਪ ਵੀ ਹੈ। ਸੁਣਿਓ, ਬਾਣੀ ਗੁਰੂ ਰੂਪ ਵੀ ਹੈ ਤੇ ਬਾਣੀ ਉਪਦੇਸ਼ ਰੂਪ ਵੀ ਹੈ। ਬਹੁਤ ਸੁਣਨ ਵਾਲਾ ਬਚਨ। ਬਾਣੀ ਗੁਰੂ ਰੂਪ ਵੀ ਹੈ ਤੇ ਬਾਣੀ ਉਪਦੇਸ਼ ਰੂਪ ਵੀ ਹੈ। ਕਈ ਕਹਿੰਦੇ ਬਾਣੀ ਵਿਚਾਰੋ, ਬਹੁਤੀ ਪੜ੍ਹਨ ਦੀ ਲੋੜ ਨਹੀਂ। ਆ ਸੁਣ ਲਓ ਬਚਨ। ਉਹ ਕਹਿੰਦੇ ਬਾਣੀ ਗੁਰੂ ਰੂਪ ਵੀ ਹੈ, ਬਾਣੀ ਉਪਦੇਸ਼ ਰੂਪ ਵੀ ਹੈ। ਜਿਹੜਾ ਬਾਣੀ ਉਪਦੇਸ਼ ਰੂਪ ਸਮਝ ਕੇ ਵਿਚਾਰ ਕੇ ਪੜ੍ਹਦਾ, ਇਹ ਬਾਣੀ ਉਹਦਾ ਜੀਵਨ ਬਣਾਉਂਦੀ ਹੈ। ਤੇ ਕਹਿੰਦੇ ਜਿਹੜਾ ਇਸ ਬਾਣੀ ਨੂੰ ਪੜਨ ਸੁਣਨ ਦਾ ਅਭਿਆਸ ਕਰਦਾ, ਉਹਦਾ ਮਨ ਨਹੀਂ ਵੀ ਜੁੜਿਆ, ਅਰਥ ਨਹੀਂ ਵੀ ਪਤਾ, ਬਾਣੀ ਪੜਨ ਸੁਣਨ ਦਾ ਨੇਮ ਹੈ, ਅਜੇ ਪੂਰੀ ਵਿਚਾਰ ਨਹੀਂ ਪਤਾ। ਕਹਿੰਦੇ ਬਾਣੀ ਗੁਰੂ ਦਾ ਰੂਪ ਹੋਣ ਕਰਕੇ ਜਿਹੜਾ ਪੜਦਾ ਤੇ ਸੁਣਦਾ ਹੈ, ਗੁਰੂ ਦੀ ਤਾਕਤ ਉਹਦੇ ਕੋਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਰੂਪ ਹੋਣ ਕਰਕੇ। ਇਹ ਉਹਨਾਂ ਲਈ ਕਿਸੇ ਤੋੜਨ ਵਾਲੇ ਕੋਲੋਂ ਕੁਝ ਸੁਣ ਕੇ ਟੁੱਟ ਨਾ ਜਾਣਾ। ਕੁਦਰਤ ਤੁਸੀਂ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਦਮਦਮੀ ਟਕਸਾਲ ਦੀਆਂ ਕਿਤਾਬਾਂ ਵਿੱਚ ਲਿਖਿਆ ਬਾਬਾ ਦੀਪ ਸਿੰਘ ਜੀ ਦਾ ਬਾਕੀ ਨਿਤਨੇਮ ਤੋਂ ਇਲਾਵਾ 101 ਪਾਠ ਜਪਜੀ ਸਾਹਿਬ ਰੋਜ਼ ਦਾ ਨਿਤਨੇਮ ਸੀ। ਦਮਦਮੀ ਟਕਸਾਲ ਤੋਂ ਵਿਦਿਆ ਲਈ ਹੋਈ ਹੈ ਸੰਤ ਠਾਕਰ ਸਿੰਘ ਜੀ। ਇੱਕ ਬਾਬਾ ਠਾਕਰ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਜਰਨੈਲ ਸਿੰਘ ਜੀ ਤੋਂ ਬਾਅਦ ਉਹ ਚੋਲਾ ਬਦਲ ਗਏ। ਇਹ ਕਥਾਵਾਚਕ ਨੇ ਦਮਦਮੀ ਟਕਸਾਲ ਦੇ ਸੰਤ ਠਾਕਰ ਸਿੰਘ ਜੀ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਉਹ ਮਿਲਦੀ DVD MP3 ਔਰ ਭੇਜੀ ਹੋਈ। ਉਹਨਾਂ ਦਿੱਲੀ ਦੀ ਸਟੇਜ ਭਜਨ ਕੀਤੇ ਸੀ। ਕਹਿੰਦੇ ਭਾਈ ਮਤੀ ਦਾਸ ਐਵੇਂ ਨਹੀਂ ਆਰੇ ਨਾਲ ਚੀਰੇ ਗਏ, ਐਵੇਂ ਨਹੀਂ ਆਰੇ ਨਾਲ ਚੀਰੇ ਗਏ, ਐਵੇਂ ਨਹੀਂ ਆਰਾ ਸਿਰ ਤੇ ਚੱਲਿਆ ਤੇ ਸਰੀਰ ਦੇ ਇੱਕ ਹਿੱਸੇ ਚੋਂ ਜਪਜੀ ਸਾਹਿਬ ਦੀ ਇੱਕ ਪੰਕਤੀ ਦੀ ਆਵਾਜ਼ ਆਉਂਦੀ ਸੀ ਤੇ ਦੂਜੇ ਹਿੱਸੇ ਚੋਂ ਦੂਜੀ। ਤੇ ਕਹਿੰਦੇ ਜਦ ਤੱਕ ਪਾਠ ਪੂਰਾ ਨਹੀਂ ਹੋਇਆ ਸੀ ਤੇ ਸਰੀਰ ਦੇ ਦੋ ਟੁਕੜੇ ਹੋਣ ਤੋਂ ਬਾਅਦ ਵੀ ਸਰੀਰ ਸ਼ਾਂਤ ਨਹੀਂ ਹੋਇਆ ਜਦ ਤੱਕ ਪਾਠ ਸੰਪੂਰਨ ਨਹੀਂ ਹੋਇਆ। ਕਹਿੰਦੇ ਇਹ ਬਖਸ਼ੀਸ਼ ਐਵੇਂ ਨਹੀਂ ਸੀ। ਉਹ ਭਾਈ ਮਤੀ ਦਾਸ ਜੀ ਦਾ 25 ਪਾਠ ਜਪਜੀ ਸਾਹਿਬ ਉਹਨਾਂ ਨੇ ਦੱਸਿਆ ਰੋਜ਼ ਦਾ ਨਿਤਨੇਮ ਸੀ। ਆ ਲੋੜ ਹੈ ਰੂਹਾਂ ਦੀ ਬਾਤ ਕਰਨ ਦੀ। ਨਿਹਾਲ
ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 9 ਅਨਮੋਲ ਹੱਥ ਲਿਖਤ ਪੁਸਤਕਾਂ। ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾਂ ਭਾਗ ਪਹਿਲਾ, ਜੀਵਨ ਸੇਧਾਂ ਭਾਗ ਦੂਜਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ, ਸਿਮਰਨ ਦੀਆਂ 9 ਅਵਸਥਾ, ਅਰਦਾਸ ਕਰਨ ਦੀਆਂ 13 ਜੁਗਤੀਆਂ ਅਤੇ ਵਿਰਲੇ ਕੇਈ ਕੇ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850।